ਦੀ ਗੱਲ ਕਰਾਂਗੇ। ਘੱਟ जीएसटी ਕਲੈਕਸ਼ਨ ਕੀ ਹੋਏਗਾ ਸੋਲੂਸ਼ਨ। दरअसल पंजाब की जीएसटी कलैक्शन बीते साल के मुकाबले बेशक इस साल चंगी हुई है, पर पंजाब के मुकाबले हिमाचल, चंडीगढ़ ते हरियाणा के जीएसटी कलैक्शन दे विच वाधा दर्ज किया गया है। ते माहिरां दी इस बारे की राय है, माहिर की कहंदे ने, आओ देखते हैं खास रिपोर्ट दे राहीं। केंद्र सरकार वालों बीते दिन जीएसटी कलैक्शन रेवेन्यू की एक रिपोर्ट सांझी की गई, जिस विच कई सूबिया के आंकड़े पेश किए गए। इन आंकड़ियों मुताबिक जीएसटी कलैक्शन के मामले च हरियाणा, चंडीगढ़ ते हिमाचल प्रदेश के मुकाबले पंजाब काफी पिछे है। इस रिपोर्ट विच 2022 दे जुलाई महीने दे जीएसटी कलैक्शन दी 2023 दे जुलाई महीने दी कलैक्शन नाल तुलना की गई, जिते पंजाब च जुलाई दे महीने दी कलैक्शन च 2022 नालों 15% दा वाधा होया, उते हरियाणा च 17% दा वाधा देखने नूं मिलिया। हालांकि जीएसटी कलैक्शन च दोवें सूबियां दे आंकड़ियां च जमीन आसमान दा फासला है। दस दईए कि पंजाब च जुलाई 2022 च जीएसटी मालिया 1733 करोड़ रुपए सी। जुलाई 2023 महीने च यह मालिया 2000 करोड़ रुपए होया। दूजे पासे हरियाणा च जुलाई 2022 च जीएसटी 6791 करोड़ रुपए सी। जुलाई 2023 च यह 7953 करोड़ रुपए रह गया। आंकड़ियां ते देखा जावे तां दोवें सूबियां च जमीन आसमान दा फर्क है। दोवें सूबियां दी आबादी च बहुत निक्का जिहा फासला है। जेकर गल चंडीगढ़ दी कीती जावे तां इत्थे जीएसटी मालिया 176 करोड़ रुपए सी। जुलाई 2023 च यह 217 करोड़ रुपए होया। हिमाचल च जुलाई 2022 विच जीएसटी मालिया 746 करोड़ रुपए। जुलाई 2023 च यह 917 करोड़ रुपए होया। उधर माहिरा दी मनीए तां इस पिछे कई कारण हो सकते हैं कि पंजाब हरियाणा नालों इन्हां पिछे क्यों है। माहिरा मुताबक सरकार नूं इह जिहा कदम चुकण दी लोड़ है जिस नाल टैक्स चोरी नूं रोकिया जा सके। इस दे नाल ही वड्डी कंपनियां नूं पंजाब च निवेश दा सद्दा देना चाहिदा है, जिस नाल छोटी सनत लग सके ते पंजाब दे रेवेन्यू च वाधा हो सके। आर्थिक माहर हरजीत सिंह मुताबक हरियाणा नालों घट जीएसटी होण दा एक कारण गुड़गांव च लगी इंडस्ट्री भी है। लोड़ है पंजाब च भी इसे तरीके दे नाल सनत नूं वधावा दिता जावे। ਅੱਜ ਅਸੀਂ ਗੱਲ ਕਰਨ ਵਾਸਤੇ ਆਰਥਿਕ ਮਾਮਲਿਆਂ ਦੇ ਜਾਣਕਾਰ ਅਤੇ ਇੰਡਸਟਰੀ ਦੇ ਜਾਣਕਾਰ ਸੀਏ ਹਰਜੀਤ ਜੀ ਕੋਲ ਆਏ ਹਾਂ। ਹਰਜੀਤ ਜੀ, ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਪੰਜਾਬ 'ਚ ਜਿਹੜੀ ਗਰੋਥ ਹੈਗੀ ਉਹ ਘੱਟ ਹੈਗੀ ਤੇ ਹਰਿਆਣੇ ਦੀ ਜ਼ਿਆਦਾ ਹੈਗੀ ਆ? ਸਤਿ ਸ਼੍ਰੀ ਅਕਾਲ ਜੋਸ਼ੀ ਸਾਹਿਬ। ਦੇਖੋ ਜੋਸ਼ੀ ਸਾਹਿਬ, ਪੰਜਾਬ ਜਿਹੜਾ ਅਸੀਂ ਵੈਸੇ ਕਹਿੰਦੇ ਹਾਂ ਵੀ ਹਰਿਆਣੇ ਦਾ ਵੱਡਾ ਭਰਾ ਹੈ, ਪਰ ਜੇ ਅਸੀਂ ਅੱਜ ਆਰਥਿਕ ਆંકੜੇ ਜਿਹੜੇ ਕੱਲ ਜੀਐਸਟੀ ਦੇ ਆਏ ਨੇ ਉਹਨਾਂ ਵੱਲ ਨਿਗਾਹ ਮਾਰੀਏ ਤਾਂ ਹਰਿਆਣਾ ਸਾਡੇ ਤੋਂ ਬਹੁਤ ਅੱਗੇ ਹੈ ਜੀਐਸਟੀ ਕਲੈਕਸ਼ਨ ਦੇ ਹਿਸਾਬ ਨਾਲ। ਜੇ ਮੈਂ ਮੋਟਾ ਉਹਦਾ ਐਨਾਲਾਈਜ਼ ਕਰਾਂ, ਵਿਸ਼ਲੇਸ਼ਣ ਕਰਾਂ, ਤੇ ਮੈਂ ਇਹਦੇ 3-4 ਕਾਰਨ ਨੇ। ਦੇਖੋ, ਜਿਹੜਾ ਜੀਐਸਟੀ ਹੈ ਉਹ ਕੰਜ਼ੰਪਸ਼ਨ ਬੇਸਡ ਟੈਕਸ ਹੈ। ਸਭ ਤੋਂ ਮੁੱਢਲਾ ਕਾਰਨ ਤੇ ਹਰਿਆਣੇ ਦਾ ਜਿਹੜਾ ਜੀਐਸਟੀ ਪੰਜਾਬ ਤੋਂ ਬਹੁਤ ਜ਼ਿਆਦਾ ਹੋਣ ਦਾ ਕਾਰਨ ਹੈ ਉਹ ਹੈਗਾ ਹਰਿਆਣੇ ਦਾ ਨੈਸ਼ਨਲ ਕੈਪੀਟਲ ਟੈਰੀਟਰੀ ਦੇ ਨਾਲ ਉਹਦਾ ਮਿਲਾਨ ਜ਼ਿਆਦਾ। ਜਿਹੜਾ ਗੁੜਗਾਂਵ ਹੈ ਉੱਥੇ ਇੰਨੀ ਉੱਚੀ ਪੱਧਰ ਦਾ ਇਨਫਰਾਸਟ੍ਰਕਚਰ ਡਿਵੈਲਪ ਹੋ ਚੁੱਕਿਆ ਹੈ ਕਿ ਪੂਰੇ ਹਰਿਆਣੇ ਦਾ 40% ਜੀਐਸਟੀ ਉਹ ਇਕੱਲੇ ਗੁੜਗਾਮ ਤੋਂ ਆਉਂਦਾ ਹੈ। ਜਦ ਕਿ ਪੰਜਾਬ ਦੇ ਵਿੱਚ ਮੰਦਭਾਗੀ ਗੱਲ ਹੈ ਵੀ ਪਿਛਲੇ ਕੁਝ ਸਾਲਾਂ ਤੋਂ ਅਸੀਂ ਉਸ ਉੱਚੇ ਪੱਧਰ ਦਾ ਇਨਫਰਾਸਟ੍ਰਕਚਰ ਨਹੀਂ ਡਿਵੈਲਪ ਕਰ ਸਕੇ ਕਿ ਅਸੀਂ ਮਲਟੀਨੈਸ਼ਨਲ ਕੰਪਨੀਆਂ ਬਾਹਰੋਂ ਇੰਡਸਟਰੀ ਨੂੰ ਪੰਜਾਬ ਵਿੱਚ ਲਿਆਈਏ, ਕਿਉਂਕਿ ਇੰਡਸਟਰੀ ਆਏਗੀ, ਕੰਜ਼ੰਪਸ਼ਨ ਵਧੇਗੀ, ਰੁਜ਼ਗਾਰ ਵਧੇਗਾ। ਔਰ ਇਹ ਕੰਜ਼ੰਪਸ਼ਨ ਬੇਸ ਟੈਕਸ ਹੈਗਾ। ਜਦੋਂ ਇੱਥੇ ਇਨਪੁਟ ਆਏਗਾ, ਮਾਲ ਆਏਗਾ, ਤੇ ਸਾਰੀ ਜੀਐਸਟੀ ਜਿਹੜੀ ਆ ਉਹ ਜਿਹੜੇ ਸਟੇਟ ਦਾ ਸ਼ੇਅਰ ਸਟੇਟ ਕੋਲ ਰਹੇਗਾ। ਦੂਜੀ ਗੱਲ ਜਿਹੜੀ ਮੈਂ ਜੀਐਸਟੀ ਦੇ ਵਿੱਚ, ਦੇਖੋ ਪੰਜਾਬ ਇੱਕ ਐਗਰੀਕਲਚਰ ਸਟੇਟ ਹੈ ਔਰ ਮੰਦਭਾਗੀ ਗੱਲ ਹੈ ਕਿ ਅਸੀਂ ਐਗਰੀਕਲਚਰ ਤੋਂ ਜਿਹੜੀ ਡਾਇਵਰਸੀਫਾਈ ਇੰਡਸਟਰੀ ਹੈ ਉਹਨੂੰ ਕੋਈ ਬਹੁਤ ਜ਼ਿਆਦਾ ਪ੍ਰਮੋਟ ਨਹੀਂ ਕਰ ਸਕੇ। ਸਾਡੇ ਪੰਜਾਬ ਦਾ GDP ਦਾ 25% ਐਗਰੀਕਲਚਰ ਤੋਂ ਆਉਂਦਾ ਔਰ ਹਰਿਆਣੇ ਦਾ 14% ਜਿਹੜਾ ਉਹ ਐਗਰੀਕਲਚਰ ਤੋਂ ਆਉਂਦਾ। ਇਸ ਕਰਕੇ ਹਰਿਆਣੇ ਦੇ ਵਿੱਚ ਪੂਰੀ ਇਕਨੋਮੀ ਜਿਹੜੀ ਹੈ ਕੋਈ ਐਗਰੀਕਲਚਰ ਦੇ ਉੱਤੇ ਬੇਸ ਨਹੀਂ ਹੈਗੀ। ਉਹਨਾਂ ਨੇ ਬਹੁਤ ਡਾਇਵਰਸੀਫਾਈ ਕਰ ਲਿਆ ਉੱਥੇ ਵੱਡੀ ਜਿਹੜੀ ਗੁੜਗਾਮ ਤੇ ਫਰੀਦਾਬਾਦ ਦੇ ਵਿੱਚ ਵੱਡੇ ਕਾਰਪੋਰੇਟ ਵੱਡੇ ਇੰਡਸਟਰੀ ਲਿਆ ਕੇ। ਹਰਜੀਤ, ਤੁਸੀਂ ਗੁੜਗਾਉਂ ਦੀ ਗੱਲ ਕਰਦੇ ਹੋ ਵੀ ਗੁੜਗਾਉਂ 'ਚ ਇੰਡਸਟਰੀ ਹੈਗੀ, ਇੰਡਸਟਰੀ ਤਾਂ ਪੰਜਾਬ 'ਚ ਵੀ ਹੈਗੀ ਹੈ? ਨਹੀਂ, ਦੇਖੋ ਦੋ ਚੀਜ਼ਾਂ ਨੇ। ਗੁੜਗਾਉਂ ਵਿੱਚ ਖਾਲੀ ਇੰਡਸਟਰੀ ਵੀ ਹੈਗੀ ਹੈ ਔਰ ਦੂਜਾ ਕਾਰਨ ਹੈ ਉੱਥੇ ਬੜੇ ਵੱਡੇ ਮਲਟੀਨੈਸ਼ਨਲ ਕੰਪਨੀਜ਼ ਦੇ ਕਾਰਪੋਰੇਟ ਆਫਿਸ ਨੇ।
ਉਹਨਾਂ ਦੀ ਬਿਲਿੰਗ, ਉਹਨਾਂ ਦਾ ਇਨਪੁਟ ਸਾਰਾ ਗੁੜਗਾਮ ਨੂੰ ਉਸ ਇਨਪੁਟ ਦਾ ਬੈਨੀਫਿਟ ਮਿਲਦਾ ਹੈ। ਜਿੱਥੇ ਤੱਕ ਜੋਸ਼ੀ ਸਾਹਿਬ ਇੰਡਸਟਰੀ ਦੀ ਗੱਲ ਹੈ, ਦੇਖੋ ਪੰਜਾਬ ਦੇ ਵਿੱਚ ਮੋਟੀ ਅਗਰ ਦੇਖੀਏ ਤਾਂ ਅਸੀਂ ਸਮਾਲ ਤੇ ਮਿਡਲ ਇੰਡਸਟਰੀ ਹੈ। ਪਹਿਲਾ ਕਾਰਨ ਤੇ ਉਹਨਾਂ ਦੀ ਉਹ ਟੈਕਨੋਲੋਜੀ ਅਪਗ੍ਰੇਡੇਸ਼ਨ ਨਹੀਂ ਹੋਈ ਜਿਸ ਉੱਚੇ ਪੱਧਰ ਤੇ ਹੋਣੀ ਚਾਹੀਦੀ ਸੀ। ਦੂਜਾ ਜਿਹੜਾ ਇੱਕ ਵਾਰੀ ਪਿਛਲੀ ਵਾਰੀ ਵੀ ਮੈਂ ਤੁਹਾਡੇ ਨਾਲ ਵਾਰਤਾਲਾਪ ਵਿੱਚ ਕਿਹਾ ਸੀ ਕਿ ਪੰਜਾਬ ਅਗਰ ਐਗਰੋ ਸਟੇਟ ਹੈਗੀ ਹੈ ਤੇ ਉਸ ਤੋਂ ਜਿਹੜਾ ਅੱਗੇ ਚੇਨ ਇਨਫਰਾਸਟ੍ਰਕਚਰ ਹੈਗਾ ਉਹ ਪੰਜਾਬ ਦੇ ਵਿੱਚ ਅਸੀਂ ਕੋਈ ਬਹੁਤ ਵੱਡਾ ਡਿਵੈਲਪ ਨਹੀਂ ਕੀਤਾ ਕਿ ਮੰਨ ਲਓ ਅਸੀਂ ਟ੍ਰੈਡੀਸ਼ਨਲ ਕ੍ਰੌਪਸ ਤੋਂ ਦੂਜੀ ਕ੍ਰੌਪਸ ਵੱਲ ਜਾਈਏ ਔਰ ਉਹਨੂੰ ਇੰਡਸਟਰੀ ਨਾਲ ਕੋਰਿਲੇਟ ਕਰੀਏ। ਉਹ ਚੇਨ ਜਿਹੜੀ ਹੈ ਹਜੇ ਪੰਜਾਬ ਵਿੱਚ ਉਸ ਚੇਨ ਦੀ ਇੰਪਰੂਵਮੈਂਟ ਦੀ ਬਹੁਤ ਲੋੜ ਹੈ ਕਿ ਸੋ ਦੈਟ ਉਹਨੂੰ ਅਸੀਂ ਐਗਰੋ ਪ੍ਰੋਡਕਟ ਨੂੰ ਇੰਡਸਟਰੀ 'ਚ ਕਨਵਰਟ ਕਰ ਸਕੀਏ ਤੇ ਉਹਦੇ ਨਾਲ ਸਾਡੀ ਕੰਜ਼ੰਪਸ਼ਨ ਵਧੇ, ਸਾਡਾ ਰੁਜ਼ਗਾਰ ਵਧੇ। ਤੇ ਜੋ ਤੁਸੀਂ ਕਹਿੰਦੇ ਆ ਕਿ ਜਿਹੜੇ 4 ਕਾਰਨ ਸੀਗੇ ਉਹਨਾਂ ਕਾਰਨਾਂ ਕਰਕੇ ਜਿਹੜੀ ਹੈਗੀ ਹੈ ਹਰਿਆਣਾ ਦੇ ਵਿੱਚ ਜ਼ਿਆਦਾ ਮਤਲਬ ਕਿ GST ਕਲੈਕਸ਼ਨ ਹੁੰਦੀ ਹੈ। ਜੇ ਪੰਜਾਬ 'ਚ ਨੂੰ ਵਧਾਉਣਾ ਹੋਵੇ ਤਾਂ ਉਹਦੇ ਵਾਸਤੇ ਕੀ ਕਰਨਾ ਪਊਗਾ? ਕਿਹੜੀ ਸਟੇਟ ਹੈਗੀ ਹੈ ਉਹ ਜਾਂ ਕਿਹੜਾ ਸ਼ਹਿਰ ਹੈਗਾ ਉੱਪਰ ਫੋਕਸ ਕਰਨਾ ਪਏਗਾ? ਦੇਖੋ ਉਹ ਅਸੀਂ ਉਹਦੇ ਦੋ ਪੱਖੀ ਆਪਾਂ ਸਾਨੂੰ ਉਹਦਾ ਐਫਰਟ ਕਰਨੇ ਚਾਹੀਏ। ਖਾਲੀ ਇੱਕ ਪੱਖੀ ਐਫਰਟ ਕਰਨ ਨਾਲ ਨਹੀਂ ਹੋਏਗਾ। ਦੋ ਪੱਖੀ ਐਫਰਟ ਦੇਵੇ ਕਿ ਅਸੀਂ ਐਗਰੀ ਬੇਸ ਜਿਹੜੀ ਸਾਡੀ ਇੰਡਸਟਰੀ ਚੇਨ ਉਹਨੂੰ ਮਜ਼ਬੂਤ ਕੀਤਾ ਜਾਏ ਕਿ ਅਸੀਂ ਟ੍ਰੈਡੀਸ਼ਨਲ ਕ੍ਰੌਪ ਤੋਂ ਹਟ ਕੇ ਕਮਰਸ਼ੀਅਲ ਕ੍ਰੌਪ ਵੱਲ ਜਾਈਏ, ਲੇਕਿਨ ਉਸ ਕਮਰਸ਼ੀਅਲ ਕ੍ਰੌਪ ਦੇ ਜਿਹੜਾ ਉਹਨੂੰ ਟ੍ਰੇਡੇਬਲ ਬਣਾਉਣ ਵਾਸਤੇ ਉਸ ਉੱਚੇ ਪੱਧਰ ਦਾ ਇਨਫਰਾਸਟ੍ਰਕਚਰ ਵੀ ਡਿਵੈਲਪ ਕਰੀਏ। ਜੇ ਤੁਸੀਂ ਗੱਲ ਕਰੋ ਵੀ ਅਸੀਂ ਕਿਸੇ ਜਿਵੇਂ ਉਹਨਾਂ ਨੇ ਗੁੜਗਾਮ ਨੂੰ ਬਹੁਤ ਡਿਵੈਲਪ ਕੀਤਾ, ਗੁੜਗਾਮ ਵਿੱਚ ਬੜੇ ਵੱਡੇ ਕਾਰਪੋਰੇਟ ਆਫਿਸ ਨੇ, ਜਿਵੇਂ ਬੰਗਲੌਰ। ਹੁਣ ਬੰਗਲੌਰ ਨੂੰ ਵੀ ਇਹੀ ਬੈਨੀਫਿਟ ਹੈ ਕਿ ਉਹਨਾਂ ਨੇ ਐਸਾ ਉੱਥੇ ਬੜੀ ਵੱਡੀ ਕੰਪਨੀਆਂ ਦੇ ਸੌਫਟਵੇਅਰਸ ਦੀ ਕੰਪਨੀਆਂ ਦੇ ਔਰ ਬੜੇ ਵੱਡੇ ਕੰਪਨੀਆਂ ਦੇ ਉੱਥੇ ਕਾਰਪੋਰੇਟ ਆਫਿਸ ਨੇ। ਮੇਰੀ ਨਿੱਜੀ ਰਾਏ ਹੈ ਕਿ ਪੰਜਾਬ ਦੇ ਵਿੱਚ ਅਗਰ ਕੋਈ ਬੈਸਟ ਸ਼ਹਿਰ ਜਿਹਨੂੰ ਅਸੀਂ ਡਿਵੈਲਪ ਇਸ ਪੱਧਰ 'ਤੇ ਕਰ ਸਕਦੇ ਹਾਂ ਤਾਂ ਉਹ ਸਾਡਾ ਮੋਹਾਲੀ ਹੈ। ਦੇਖੋ ਇੱਕ ਤਾਂ ਮੋਹਾਲੀ ਦੂਜੀ ਸਟੇਟਾਂ ਦੇ ਨੇੜੇ ਲੱਗਦਾ ਹੈ। ਜਿਹੜੇ ਵੀ ਸ਼ਹਿਰ ਦੇ ਨਾਲ ਦੂਜੀ ਸਟੇਟਾਂ ਲੱਗਣਗੀਆਂ ਉੱਥੇ ਕੋਈ ਕੰਜੰਪਸ਼ਨ ਸਾਡੀ ਆਪਣੀ ਸ਼ਹਿਰ ਔਰ ਸਟੇਟ ਦੀ ਨਹੀਂ ਹੋਏਗੀ, ਨਾਲ ਤੋਂ ਵੀ ਉੱਥੇ ਕੰਜੰਪਸ਼ਨ ਦਾ ਇਨਫਲੋ ਆਏਗਾ। ਆਰਥਿਕ ਮਸਲਿਆਂ ਦੇ ਜਾਣਕਾਰ ਅਨਿਲ ਸ਼ਰਮਾ ਨੇ ਦੱਸਿਆ ਕਿ GST ਸਰਕਾਰਾਂ ਨੂੰ ਉਸ ਚੀਜ਼ ਤੋਂ ਮਿਲਦੀ ਹੈ ਜੋ ਸਾਰੇ ਸੂਬਿਆਂ 'ਚ ਵਿਕਦੀ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਟੈਕਸ ਦੀ ਚੋਰੀ ਨੂੰ ਰੋਕਣ ਅਤੇ ਬਹੁਤ ਸਾਰੀ ਥਾਈਂ ਇੱਕ ਹੀ ਬਿੱਲ ਤੇ ਕਈ ਟਰੱਕ ਕੱਟ ਦਿੱਤੇ ਜਾਂਦੇ ਨੇ। ਵਿੱਤ ਮੰਤਰੀ ਹਰਪਾਲ ਚੀਮਾ ਨੇ ਸਰਪ੍ਰਾਈਜ਼ ਚੈਕਿੰਗ ਦੇ ਦੌਰਾਨ ਇਹੋ ਜਿਹੇ ਟਰੱਕ ਫੜੇ ਅਤੇ ਇੱਕ ਦਿਨ 'ਚ 60 ਲੱਖ ਤੱਕ ਦਾ ਜੁਰਮਾਨਾ ਕੀਤਾ ਸੀ, ਜਿਸ ਤੋਂ ਸਾਫ਼ ਹੈ ਕਿ ਟੈਕਸ ਚੋਰੀ ਹੋ ਰਹੀ ਹੈ ਅਤੇ ਉਸ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਕਾਸਟ ਐਂਡ ਮੈਨੇਜਮੈਂਟ ਅਕਾਊਂਟੈਂਟ ਅਨਿਲ ਸ਼ਰਮਾ ਨੇ। ਸ਼ਰਮਾ ਜੀ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ 'ਚ ਰੈਵਨਿਊ ਜਿਹੜਾ ਹੈਗਾ GST ਦਾ ਉਹ ਕਿਸ ਤਰ੍ਹਾਂ ਵਧਾਇਆ ਜਾ ਸਕਦਾ ਹੈ? मनोज जी, ये इशू आप बार डिस्कस करते रहे हैं। मैं पिछले 1 साल तो लगातार ये कहने की कोशिश कर रहा कि कोई तो रीज़न है कि पंजाब के अंदर जो GST कलैक्शन है वो हरियाणा नालों 1/4 क्यों है। हुण भी जो जुलाई 2023 का डाटा आया है वो आप देख रहे हैं कि हरियाणा के अंदर 7,953 करोड़ की कलैक्शन है तो पंजाब च मात्र 2,000 करोड़ की कलैक्शन, यानी कि 1/4 कलैक्शन है। यानी कि पिछले जो तो GST आया है पंजाब और हरियाणा का एक गैप लगातार बनया हुआ है। ਇਸ ਨੂੰ ਸਮਝਾਉਣ ਵਾਸਤੇ ਮੈਂ ਤੁਹਾਡੇ ਦਰਸ਼ਕਾਂ ਵਾਸਤੇ ਇੱਕ ਛੋਟੇ ਜਿਹੇ ਐਗਜ਼ਾਮਪਲ ਦੇ ਨਾਲ ਗੱਲ ਕਰਾਂਗਾ ਕਿ ਦੇਖੋ GST ਜਿਹੜਾ ਉਹ ਕੰਜ਼ੰਪਸ਼ਨ ਬੇਸਡ ਟੈਕਸ ਹੈ। ਕੰਜ਼ੰਪਸ਼ਨ ਬੇਸਡ ਟੈਕਸ ਦਾ ਮਤਲਬ ਇਹ ਹੈ ਕਿ ਸਟੇਟ ਦੇ ਅੰਦਰ ਜੋ ਚੀਜ਼ਾਂ ਵੀ ਕੰਜ਼ਿਊਮ ਹੋ ਰਹੀਆਂ ਚਾਹੇ ਉਹ ਗੁड्स हैं या वो सर्विसेज हैं, यानी कि अगर ਅਸੀਂ ਕਾਰਾਂ ਦੀ ਗੱਲ ਕਰੀਏ, ਕੱਪੜੇ ਦੀ ਗੱਲ ਕਰੀਏ, ਚੀਨੀ ਦੀ ਗੱਲ ਕਰੀਏ, ਗੁੜ ਦੀ ਗੱਲ ਕਰੀਏ, ਉਹ ਸਾਰੀਆਂ ਅਸੀਂ ਚੀਜ਼ਾਂ ਲੋਕ ਖਾਂਦੇ ਆ, ਕੰਜ਼ਿਊਮ ਕਰਦੇ ਆ। ਜੇ ਅਸੀਂ ਕੰਜ਼ਿਊਮ ਕਰਦੇ ਆ ਤਾਂ GST ਉਹਦੇ ਤੇ ਲੱਗਦਾ ਹੈ ਔਰ ਲੋਕੀ ਜਿਹੜੇ ਕੰਜ਼ਿਊਮ ਕਰਦੇ ਆ ਉਹ GST ਗਵਰਨਮੈਂਟ ਨੂੰ ਪੇ ਕਰਦੇ ਆ। इसी तरह सर्विसेज अंदर अगर आप गल करते हैं, टैलीफोन की सर्विसेज है, इंश्योरेंस की सर्विसेज है, कोई टैक्नीकल सर्विसेज है, इंजीनियर की सर्विसेज है, कॉस्ट अकाउंटेंट की सर्विसेज है, वो उत्ते भी GST लगता है। तो जोड़े जिन्ने भी प्रोफैशनल हैं जो पंजाब के अंदर कोई सर्विस देंगे हैं तो वो GST लगा के वो रेवन्यू गवर्नमेंट में जाता है। इसी तरह दी गुड्स और सर्विसेज हरियाणा भी बिकती हैं। तो नाल मैं तुहानूं भी दसना चाहांगा कि पंजाब की जिहड़ी पॉपूलेशन है वो 3 करोड़ के आस पास है। सेम पॉपूलेशन 3 करोड़ की जिहड़ी है हरियाणा की है। दोनों स्टेट इकट्ठे बने सी 1966 के अंदर। दोनों की पॉपूलेशन का पैटर्न, पॉपूलेशन की जनसंख्या की और लोगों की जिहड़ी खाण दी हैबिट्स हैं वो भी आलमोस्ट बराबर दी हैं। फिर ऐसा की रीज़न है कि GST कंजम्पशन बेस्ड टैक्स है, हरियाणा च 8,000 करोड़ की कलैक्शन, पंजाब च 2,000 करोड़ की कलैक्शन। इसका मतलब समझण की गल है कि ऐसा क्यों हो रहा है। जो मेरा अपना मानना है कि किसी न किसी वजह नाल पंजाब के अंदर जिहड़ी ट्रांजैक्शन हो रही है बिजनेस की वो कागज़ां ते नहीं आ रही, जबकि हरियाणा ने किसी न किसी तरीके नाल इस चीज़ को बड़ा अच्छा मैनेज किया है कि हरियाणा के अंदर जो बिजनेसमैन है या बिजनेस जो हो रहा है हरियाणा वो ऑन रिकॉर्ड हो रहा है, जबकि पंजाब च वो चीज़ ऑन रिकॉर्ड नहीं हो रही, जिसकी वजह नाल जिहड़ी कंजम्पशन है वो सरकारी खाते च नहीं आ रही। जो कंजम्पशन आप किसी तरीके नाल सरकारी खाते च ले आईए तो डेफिनेटली जो पंजाब का रेवन्यू इन्ना नीचे जा रहा है ऊपर आएगा। मैनू याद है कुछ महीने पहलां दी कि अपने फाइनांस मिनिस्टर चीमा साहब शंभू बैरीयर पर खड़े सी खुद, तो उन्होंने काफ़ी सारी गड्डियाँ खुद चैक कीतियां तो एक दिन के अंदर उन्होंने 66 ਲੱਖ
ਰੁਪਇਆ ਇਕੱਠਾ ਕੀਤਾ ਪੰਜਾਬ ਸਟੇਟ ਵਾਸਤੇ। ਇਹਦਾ ਮਤਲਬ ਸਿੱਧਾ ਹੈ ਕਿ ਪੰਜਾਬ 'ਚ ਬਿਜ਼ਨਸ ਦੇ ਵਾਸਤੇ ਜਾਂ ਬਿਜ਼ਨਸ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਚੋਰੀ ਹੋ ਰਹੀ ਹੈ ਔਰ ਟ੍ਰਾਂਜੈਕਸ਼ਨ ਔਨ ਰਿਕਾਰਡ ਨਹੀਂ ਆ ਰਹੀਆਂ, ਜਿਹਦੀ ਵਜ੍ਹਾ ਨਾਲ ਪੰਜਾਬ ਦਾ ਰੈਵਨਿਊ ਘਟ ਰਿਹਾ ਹੈ ਔਰ ਹਰਿਆਣਾ ਦਾ ਰੈਵਨਿਊ ਜ਼ਿਆਦਾ ਹੈ, ਜਿਹਦੇ ਵਾਸਤੇ ਆਪਾਂ ਨੂੰ ਸੋਚਣਾ ਚਾਹੀਦਾ ਔਰ ਸਰਕਾਰ ਨੂੰ ਇਹ 'ਤੇ ਕਾਫੀ ਵੱਡੇ ਪੱਧਰ ਤੇ ਕੰਮ ਕਰਨ ਦੀ ਜ਼ਰੂਰਤ ਹੈ। ਜੇ ਆਪਾਂ ਰੈਵਨਿਊ ਦੀ ਗਰੋਥ ਦੀ ਗੱਲ ਕਰਦੇ ਹਾਂ ਮੰਥ ਵਾਈਜ਼, ਤਾਂ ਪੰਜਾਬ ਵੀ ਤੇ ਹਰਿਆਣਾ ਵੀ ਬਰਾਬਰ ਦੀ ਗਰੋਥ ਤਕਰੀਬਨ ਕਰਦਾ ਹੈ। ਪਰ ਇਹ ਗੱਲ ਨਾਲ ਕਹੀ ਜਾਂਦੀ ਹੈ ਕਿ ਹਰਿਆਣਾ ਵਿੱਚ ਜਿਹੜੀ ਹੈਗੀ ਹੈ GST ਦੀ ਜਿਹੜੀ ਗਰੋਥ ਹੈ ਜ਼ਿਆਦਾ ਹੋਣਾ, ਉਹਦਾ ਮਕਸਦ ਹੈ ਕਿ ਜਿਹੜੀ ਗੁੜਗਾਉਂ ਦੇ ਵਿੱਚ ਫੈਕਟਰੀਜ਼ ਹੈਗੀਆਂ ਨੇ, ਬੜੀਆਂ ਫੈਕਟਰੀਜ਼ ਹੈਗੀਆਂ ਨੇ, ਮਲਟੀਨੈਸ਼ਨਲ ਕੰਪਨੀਜ਼ ਹੈਗੇ ਨੇ, ਪੰਜਾਬ ਦੇ ਵਿੱਚ ਕੋਈ ਇੱਦਾਂ ਦੀ ਫੈਕਟਰੀ ਹੈ ਜਾਂ ਨਹੀਂ ਹੈ? ਇਹ ਗੱਲ ਤੁਹਾਡੀ ਜਿਹੜੀ ਹੈ ਇੱਕ ਗੱਲ ਨੌਨ ਟੈਕਨੀਕਲ ਆਦਮੀ ਵਾਸਤੇ ਤਾਂ ਇਹ ਗੱਲ ਤੁਹਾਡੀ ਠੀਕ ਹੈ ਕਿ ਗੁੜਗਾਉਂ ਦੇ ਅੰਦਰ ਬਹੁਤ ਵੱਡੀ ਇੰਡਸਟਰੀ ਲੱਗੀ ਹੋਈ ਹੈ, MNCs ਹੈ ਉੱਥੇ, IT ਕੰਪਨੀਜ਼ ਹੈ। ਮੈਂ ਨਹੀਂ ਕਹਿੰਦਾ, ਇਹ ਸਾਡੇ ਹਰਪਾਲ ਚੀਮਾ ਜੀ ਨੇ ਕਿਹਾ। ਚਲੋ ਮੈਂ ਉਹੀ ਗੱਲ ਉਹਨਾਂ ਦੀ ਮੰਨ ਲੈਂਦਾ, ਲੇਕਿਨ ਆਪਾਂ ਇਹ ਕਿਉਂ ਨਹੀਂ ਸਮਝਦੇ ਕਿ GST ਜਿਹੜਾ ਕੰਜ਼ੰਪਸ਼ਨ ਬੇਸਡ ਟੈਕਸ ਹੈ, ਜਿਹੜੀ ਕੰਜ਼ੰਪਸ਼ਨ ਐਕਚੁਅਲ 'ਚ ਸਟੇਟ 'ਚ ਹੋਏਗੀ ਉਹ ਰੈਵਨਿਊ ਸਟੇਟ ਨੂੰ ਆਏਗਾ। ਹੁਣ ਜੇ ਮੈਂ ਤੁਸੀਂ ਜਿਹੜੀ ਗੱਲ ਕੀਤੀ ਕਿ ਯਾਰ ਚੀਮਾ ਸਾਹਿਬ ਕਹਿੰਦੇ ਕਿ ਗੁੜਗਾਉਂ ਦੇ ਅੰਦਰ ਮਾਰੂਤੀ ਕਾਰ ਲੱਗੀ ਹੈ, ਤੇ ਮਾਰੂਤੀ ਜਿਹੜੀ ਕਾਰਾਂ ਅਗਰ ਬਣਾਉਂਦੀ ਹੈ, ਅਗਰ 1 ਲੱਖ ਕਾਰ ਮਾਰੂਤੀ ਦੀ ਬਣਦੀ ਹੈ ਗੁੜਗਾਉਂ ਦੇ ਅੰਦਰ, ਤਾਂ 1 ਲੱਖ ਕਾਰ ਹਰਿਆਣਾ ਦੇ ਅੰਦਰ ਨਹੀਂ ਵਿਕ ਜਾਂਦੀ, ਉਹਦੇ 'ਚੋਂ 90,000 ਕਾਰ ਤਾਂ ਗੁੜਗਾਉਂ ਤੋਂ ਜਾਂ ਹਰਿਆਣਾ ਤੋਂ ਬਾਹਰ ਜਾ ਕੇ ਵਿਕਦੀ ਹੈ। ਹਰਿਆਣਾ ਦੇ ਅੰਦਰ ਤਾਂ ਸਿਰਫ 10,000 ਕਾਰ ਵਿਕੂਗੀ ਨਾ, ਤੇ ਜਿਹੜਾ GST ਹੈ ਉਹ 10,000 ਕਾਰ ਦਾ ਹਰਿਆਣਾ ਨੂੰ ਮਿਲੇਗਾ, 1 ਲੱਖ ਕਾਰ ਦਾ ਨਹੀਂ ਮਿਲੇਗਾ। ਇਸ ਕਰਕੇ ਇਹ ਕਹਿਣਾ ਗਲਤ ਹੈ। GST ਕੰਜ਼ੰਪਸ਼ਨ ਬੇਸਡ ਟੈਕਸ ਹੈ, ਜਿੰਨੀ ਕੰਜ਼ੰਪਸ਼ਨ ਸਟੇਟ ਦੇ ਅੰਦਰ ਹੋਏਗੀ ਉਹਦਾ ਰੈਵਨਿਊ ਹੀ ਸਰਕਾਰ ਨੂੰ ਮਿਲੇਗਾ, ਸਟੇਟ ਗਵਰਨਮੈਂਟ ਨੂੰ। ਉਸ ਤੋਂ ਬਾਅਦ ਜਿੱਦਾਂ ਹੁਣ ਪੰਜਾਬ ਦੇ ਅੰਦਰ ਵੀਟ ਔਰ ਰਾਈਸ ਬਹੁਤ ਜ਼ਿਆਦਾ ਪੱਧਰ ਤੇ ਪੈਦਾ ਹੁੰਦਾ ਹੈ, ਸਾਰਾ ਦਾ ਸਾਰਾ ਰਾਈਸ ਔਰ ਵੀਟ ਜਿਹੜਾ ਪੰਜਾਬ 'ਚ ਥੋੜ੍ਹਾ ਕੰਜ਼ਿਊਮ ਹੋ ਜਾਂਦਾ ਹੈ, ਉਹਦਾ 90% 95% ਪੰਜਾਬ ਤੋਂ ਬਾਹਰ ਚਲਾ ਜਾਂਦਾ ਹੈ। ਇਸ ਕਰਕੇ ਉਹਦਾ ਰੈਵਨਿਊ ਵੀ ਪੰਜਾਬ ਤੋਂ ਬਾਹਰ ਜਾਂਦਾ ਹੈ। ਪੰਜਾਬ ਨੂੰ ਸਿਰਫ 5% ਜਿੰਨੀ ਵੀਟ ਦੀ ਔਰ ਪੈਡੀ ਦੀ ਖਪਤ ਪੰਜਾਬ ਦੇ ਅੰਦਰ ਹੈ, ਸਿਰਫ ਉਨਾ ਹੀ ਰੈਵਨਿਊ ਪੰਜਾਬ ਨੂੰ ਮਿਲਦਾ ਹੈ। ਮੋਹਾਲੀ ਇੰਡਸਟਰੀਜ਼ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸੰਜੀਵ ਵਿਸ਼ਟ ਨੇ ਕਿਹਾ ਕਿ ਮੋਹਾਲੀ ਪੰਜਾਬ ਦੇ ਲਈ ਸਭ ਤੋਂ ਵੱਡਾ ਇੰਡਸਟਰੀਅਲਿਸਟ ਹੱਬ ਹੈ ਅਤੇ ਪਹਿਲਾਂ ਹੀ ਰਿਹਾ, ਅਤੇ ਜਦ ਵੱਡੀ ਕੰਪਨੀਆਂ ਆਈ ਤੇ ਪੂਰੇ ਪੰਜਾਬ ਨੂੰ ਫਾਇਦਾ ਹੋਇਆ। ਪਿਛਲੇ ਕਰੀਬ 2 ਦਹਾਕਿਆਂ 'ਚ ਕੋਈ ਕੰਪਨੀ ਆਈ ਤਾਂ ਨਹੀਂ, ਪਰ IT ਕੰਮ ਵੱਧ ਹੋਇਆ। ਸਰਕਾਰ ਨੂੰ ਚਾਹੀਦਾ ਹੈ ਕਿ ਕੋਈ ਵੱਡੀ ਮਦਰ ਇੰਡਸਟਰੀ ਨੂੰ ਪੰਜਾਬ ਲਿਆਇਆ ਜਾਵੇ, ਜਿਸ ਦੇ ਕਾਰਨ ਹੀ ਛੋਟੀ ਇੰਡਸਟਰੀ ਦਾ ਵਿਸਥਾਰ ਹੋਵੇ ਅਤੇ ਇਸ ਦਾ ਫਾਇਦਾ ਪੰਜਾਬ ਨੂੰ ਮਿਲੇ। ਮੋਹਾਲੀ ਇੰਡਸਟਰੀਜ਼ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에ਅਰਪੋਰਟ ਦੀ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਸੰਜੀਵ ਵਿਸ਼ੇਸ਼ ਜੀ ਹੈ, ਜਿਹੜੇ ਕਿ ਮੋਹਾਲੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਆ। ਤੇ ਸੰਜੀਵ ਜੀ, ਇਹ ਕਿਸ ਤਰ੍ਹਾਂ ਹੋ ਸਕਦਾ ਕਿ ਜਿਹੜੀ GST ਹੈਗੀ ਉਹ ਵਧੇ ਔਰ ਮੋਹਾਲੀ ਦੇ ਵਿੱਚ ਕੀ ਰੋਲ ਹੋ ਸਕਦਾ? ਦੇਖੋ ਸਰ, ਪੰਜਾਬ ਦੀ ਬਦਕਿਸਮਤੀ ਹੈ ਕਿ ਪਿਛਲੇ 20 ਆਲਮੋਸਟ ਵਰ੍ਹਿਆਂ ਤੋਂ ਪੰਜਾਬ ਦੇ ਵਿੱਚ ਕੋਈ ਬਹੁਤ ਵੱਡੀ ਇੰਡਸਟਰੀ ਜਾਂ ਕੋਈ ਮਦਰ ਇੰਡਸਟਰੀ ਨਹੀਂ ਆਈ। ਜਿਹੜੀ ਮੋਹਾਲੀ ਰੀਜਨ ਹੈ ਇਹਦੇ ਵਿੱਚ ਜਿਹੜੀ ਪੁਰਾਣੀ ਸਭ ਤੋਂ ਜੇ ਮਦਰ ਇੰਡਸਟਰੀ ਕੋਈ ਆਈ ਸੀ, ਉਹ PTL ਜਿਹੜੀ ਬਾਅਦ 'ਚੋਂ ਮਹਿੰਦਰਾ ਬਣ ਗਈ, ਉਹ ਆਈ ਸੀਗੀ। ਉਹਨੇ ਆ ਕੇ ਇਸ ਸ਼ਹਿਰ ਨੂੰ ਐਜ਼ ਏ ਇੰਡਸਟਰੀ ਦੇ ਸ਼ਹਿਰ ਦੇ ਨਾਤੇ ਇੱਕ ਪਹਿਚਾਣ ਦਿੱਤੀ, ਔਰ ਐਜ਼ ਏ ਰਿਜ਼ਲਟ ਕਾਫੀ ਇੱਥੇ ਐਂਸਿਲਰੀਆਂ ਲੱਗੀਆਂ ਟਰੈਕਟਰ ਪਾਰਟਸ ਦੀਆਂ, ਔਰ ਇਹ ਸ਼ਹਿਰ ਦੀ ਇੱਕ ਇੰਡਸਟਰੀ ਦੇ ਨਾਤੇ ਪਹਿਚਾਣ ਹੋਈ। ਔਰ ਉਸ ਤੋਂ ਬਾਅਦ 2000 ਦੇ ਦਸ਼ਕ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਜਦੋਂ ਹਿੰਦੁਸਤਾਨ ਜਾਣਾ ਸ਼ੁਰੂ ਹੋਇਆ, ਤੇ ਥੋੜ੍ਹਾ ਇੱਥੇ ਯੂਨਿਟਾਂ ਨੇ ਮੂਵ ਕਰਨਾ ਸ਼ੁਰੂ ਕੀਤਾ, ਔਰ 2010 ਤੋਂ ਬਾਅਦ ਉਹਦੇ ਵਿੱਚ ਕਾਫੀ ਤੇਜ਼ੀ ਆਈ। ਪਰ ਜਿਸ ਲੈਵਲ 'ਤੇ ਪੰਜਾਬ ਦੇ ਵਿੱਚ ਇੰਡਸਟਰੀ ਆਉਣੀ ਚਾਹੀਦੀ ਹੈ ਜਾਂ ਮੋਹਾਲੀ 'ਚ ਖਾਸ ਕਰਕੇ ਇੰਡਸਟਰੀ ਆਉਣੀ ਚਾਹੀਦੀ ਹੈ, ਉਸ ਲੈਵਲ 'ਤੇ ਆ ਨਹੀਂ ਸਕੀ, ਜਿਸ ਕਰਕੇ ਕਿ ਜਿਹੜਾ GST ਦੀ ਜਿਹੜਾ ਰੈਵਨਿਊ ਹੈਗਾ ਉਹ ਜਿਹੜਾ ਪੰਜਾਬ ਦਾ ਜਾਂ ਮੋਹਾਲੀ ਦਾ ਹਰਿਆਣੇ ਦੇ ਮੁਕਾਬਲੇ 'ਚ ਬਹੁਤ ਘੱਟ ਹੈ। ਮੈਂ ਤੁਹਾਨੂੰ ਬੜਾ ਛੋਟਾ ਜਿਹਾ ਐਗਜ਼ਾਮਪਲ ਦਿੰਦਾ। ਇੱਕ ਬਹੁਤ ਵੱਡਾ ਇੱਥੇ ਯੂਨਿਟ ਲੱਗਿਆ ਸੀਗਾ ਡੈਲ ਦਾ, ਔਰ ਉਹਨੇ ਕਾਫੀ ਇੱਥੇ ਇੰਡਸਟਰੀ ਦਾ ਇੱਕ ਮਾਹੌਲ ਬਣਾਇਆ ਸੀਗਾ, ਬਟ ਕਿਸੇ ਵਜ੍ਹਾ ਕਰਕੇ ਉਹ ਯੂਨਿਟ ਵੀ ਬੰਦ ਹੋ ਗਿਆ, ਔਰ ਇੰਡਸਟਰੀ ਗੁੜਗਾਉਂ ਵਾਲੇ ਪਾਸੇ, ਹੈਦਰਾਬਾਦ, ਬੈਂਗਲੌਰ ਵਾਲੇ ਪਾਸੇ ਪਲਾਇਨ ਕਰਨ ਲੱਗ ਪਈ। ਹੁਣ ਵੀ ਜਿਹੜੀ ਪ੍ਰੈਜ਼ੈਂਟ ਇੱਥੇ IT ਜਿਹੜੀ ਇੰਡਸਟਰੀ ਮਸ਼ਰੂਮ ਹੋ ਰਹੀ ਹੈ, ਇਹਦੀ ਸਪੀਡ ਅਸੀਂ ਘੱਟੋ ਘੱਟ 10 ਗੁਣਾ ਤੇਜ਼ ਕਰ ਸਕਦੇ ਹਾਂ, ਪ੍ਰੋਵਾਈਡਡ ਅਸੀਂ ਇੱਥੇ ਦਾ ਜਿਹੜਾ ਪੰਜਾਬ ਦੇ ਵਿੱਚ ਇੱਕ ਈਕੋ ਸਿਸਟਮ ਜਿਹੜਾ ਇੰਡਸਟਰੀ ਫਰੈਂਡਲੀ ਬਣਾ ਸਕੀਏ। ਔਰ ਜੇ ਈਕੋ ਸਿਸਟਮ ਇੱਕ ਵਾਰੀ ਇੰਡਸਟਰੀ ਫਰੈਂਡਲੀ ਬਣ ਗਿਆ, ਫਿਰ ਇੰਡਸਟਰੀਲਿਸਟ ਇੱਥੇ ਭੱਜੇ ਆਉਣਗੇ ਔਰ ਇੱਥੇ ਯੂਨਿਟ ਆਉਣਗੇ। ਜੋ ਸਰਕਾਰ ਹੈਗੀ ਹੈ, ਪਿਛਲੀ ਸਰਕਾਰਾਂ ਸੀਗੀਆਂ ਤੇ ਹੁਣ ਦੀ ਸਰਕਾਰ ਵੀ ਹੈਗੀ ਹੈ, ਉਹ ਕਹਿੰਦੇ ਅਸੀਂ IT ਨੂੰ ਪ੍ਰਮੋਟ ਕਰ ਰਹੇ ਹਾਂ ਤੇ IT ਸਿਟੀ ਲੱਗ ਤੋਂ ਕੱਟਿਆ ਗਿਆ ਹੈਗਾ। ਜਿਹੜੀ ਹੋਰ ਕੰਪਨੀਆਂ ਆਉਣਗੀਆਂ ਜਿਹਨੂੰ ਅਸੀਂ ਕਿ ਇਨਵੈਸਟਰ ਪੰਜਾਬ ਦੇ ਵਿੱਚ ਲੈ ਕੇ ਆ ਰਹੇ ਹਾਂ, ਉਹਦੇ ਵਿੱਚ ਵੀ ਜਿਹੜੀ ਉਹਨਾਂ ਨੂੰ ਬੜੀ ਰਾਹਤ ਦੇ ਰਹੇ। ਇੱਕ ਗ੍ਰੀਨ ਕਲਰ ਦਾ ਅਸੀਂ ਅਲੱਗ ਤੋਂ ਮਤਲਬ ਕਿ ਜਿਹੜੀ ਹੈਗੀ ਆ ਸਟੈਂਪ ਪੇਪਰ ਕੀਤਾ ਉਸ ਕੰਪਨੀਆਂ ਵਾਸਤੇ, ਤੇ ਇਸ ਦਾ ਫਾਇਦਾ ਕਿਆ ਮੋਹਾਲੀ 'ਚ ਹੋ ਸਕਦਾ ਜਾਂ ਮੋਹਾਲੀ ਦਾ ਪੰਜਾਬ 'ਚ ਹੋ ਸਕਦਾ? ਦੇਖੋ, ਮੈਂ ਬੜੀ ਇਮਾਨਦਾਰੀ ਨਾਲ ਕਹਾਂਗਾ ਕਿ ਜਿਹੜੀਆਂ ਇਹ ਸਕੀਮਾਂ ਦੀ ਗੱਲ ਕਰ ਰਹੀ ਹੈ ਪ੍ਰੈਜ਼ੈਂਟ ਗਵਰਨਮੈਂਟ, ਇਹ ਸਕੀਮਾਂ ਸ਼ੁਰੂ ਤੋਂ ਸੀਗੀਆਂ। ਜਿਹੜੀ ਸਭ ਤੋਂ ਵੱਡੀ ਔਖਣ ਆ ਰਹੀ ਹੈ ਇੰਡਸਟਰੀ ਇੱਥੇ ਜਿਹਦੇ ਕਰਕੇ ਇੰਡਸਟਰੀ ਇੰਨੀ ਆ ਨਹੀਂ ਪਾ ਰਹੀ, ਉਹ ਇਹ ਹੈ ਕਿ ਇੱਥੇ ਜ਼ਮੀਨ ਦਾ ਰੇਟ ਬਹੁਤ
ਵੱਧ ਗਿਆ ਹੈਗਾ, ਬਹੁਤ ਉੱਚੇ ਰੇਟ ਹੋ ਗਏ ਨੇ। ਔਰ ਮੇਰਾ ਇਹ ਮੰਨਣਾ ਹੈ ਕਿ ਵੱਡੇ ਯੂਨਿਟਾਂ ਨਾਲੋਂ ਜਿਹੜੇ ਸਮਾਲ ਯੂਨਿਟ ਹੈ, ਜਿਹੜੇ ਸਟਾਰਟਅਪਸ ਨੇ, ਉਹ ਕਿਸੇ ਵੀ ਜਗ੍ਹਾ ਦਾ ਈਕੋਸਿਸਟਮ ਜ਼ਿਆਦਾ ਸਟਰੋਂਗ ਕਰਦੇ ਨੇ। ਫੋਰ ਐਗਜ਼ਾਮਪਲ, ਜੇ 500 ਗਜ ਦੇ ਪਲਾਟ ਦੇ ਵਿੱਚ ਕੋਈ ਬੰਦਾ ਆਪਣਾ ਆਈਟੀ ਦਾ ਯੂਨਿਟ ਲਾ ਸਕੇ ਤੇ ਉਹ ਬੜੀ ਆਸਾਨੀ ਨਾਲ 200 ਬੰਦੇ ਨੂੰ 500 ਗਜ ਦੇ ਵਿੱਚ ਨੌਕਰੀ ਦੇ ਸਕਦਾ, 150 ਤੋਂ 200 ਬੰਦੇ ਨੂੰ। ਹੁਣ ਅੱਜ ਦੀ ਡੇਟ ਵਿੱਚ ਇੱਥੇ ਜਿਹੜਾ 500 ਗਜ ਦਾ ਪਲਾਟ ਹੈ 2.5 ਤੋਂ 3 ਕਰੋੜ ਦਾ ਪਲਾਟ ਹੈ, ਔਰ ਉਹਦੇ ਉੱਤੇ ਜੇ ਕੰਸਟਰਕਸ਼ਨ ਦਾ ਪਾਰਟ ਲਾ ਲਈਏ ਤੇ ਉਹੀ 2-2.5 ਕਰੋੜ ਉੱਤੇ ਲੱਗ ਜਾਂਦਾ ਹੈ, 5-6 ਕਰੋੜ ਦੀ ਇਨਵੈਸਟਮੈਂਟ ਬਣ ਜਾਂਦੀ ਹੈ। ਬਟ ਮੈਂ ਇਹਨੂੰ ਇਨਵੈਸਟਮੈਂਟ ਦੇ ਫਿਰ ਉਸ ਤੋਂ ਬਾਅਦ ਜਿੱਦਾਂ ਪਾਣੀ ਦਾ ਕਨੈਕਸ਼ਨ ਲੈਣਾ ਹੈ, ਸੀਵਰੇਜ ਦਾ ਕਨੈਕਸ਼ਨ ਲੈਣਾ ਹੈ, ਜਿਹੜੇ ਅੱਜ ਤੋਂ 6 ਮਹੀਨੇ ਪਹਿਲੇ ਜਿਹੜੇ ਕਨੈਕਸ਼ਨਾਂ ਦੇ ਰੇਟ ਸਿਰਫ 10,000 'ਚ ਮਾਤਰ ਕਨੈਕਸ਼ਨ ਮਿਲਦਾ ਸੀ, ਅੱਜ ਮੋਹਾਲੀ ਦੇ ਵਿੱਚ ਜੇ ਤੁਸੀਂ 500 ਗਜ ਦਾ ਪਾਣੀ ਦਾ ਕਨੈਕਸ਼ਨ ਲੈਣਾ ਹੋਵੇ ਜਾਂ ਸੀਵਰੇਜ ਦਾ ਕਨੈਕਸ਼ਨ ਲੈਣਾ ਹੋਵੇ, ਉਹਦੀ ਕੀਮਤ ਤਕਰੀਬਨ 40 ਲੱਖ ਰੁਪਇਆ। ਸੋ ਮੈਨੂੰ ਦੱਸੋ ਕਿਹੜਾ ਬੰਦਾ ਯੂਨਿਟ ਲਾਏਗਾ? ਸੋ ਮੈਂ ਸਰਕਾਰ ਨੂੰ ਫਿਰ ਆਪਣੇ ਤੁਹਾਡੇ ਰਾਹੀਂ ਇੱਕ ਰਿਕੁਐਸਟ ਕਰਾਂਗਾ ਕਿ ਇਨਵੈਸਟਰ ਨੂੰ ਜਾਂ ਇੱਕ ਸਨਅਤਕਾਰ ਨੂੰ ਜਾਂ ਇੱਕ ਇੰਡਸਟਰੀਲਿਸਟ ਨੂੰ ਕੋਈ ਸਕੀਮਾਂ ਨਹੀਂ ਬਹੁਤੀਆਂ ਚਾਹੀਦੀਆਂ ਹੁੰਦੀਆਂ, ਉਹਨਾਂ ਨੂੰ ਸਿਰਫ ਸਪੋਰਟ ਸਿਸਟਮ ਚਾਹੀਦਾ ਕਿ ਜਿਹੜੇ ਕੰਮ ਹੈ ਫਟਾਫਟ ਹੋ ਸਕਣ, ਔਰ ਜਿਹੜੀ ਸਰਕਾਰ ਹੈ ਫੈਸਿਲੀਟੇਟਰ ਬਣ ਕੇ ਕੰਮ ਕਰਾਵੇ ਉਹਨਾਂ ਦੇ। ਇਸ ਵੇਲੇ ਫੈਸਿਲੀਟੇਸ਼ਨ ਵਾਲੇ ਪਾਸੇ ਪੰਜਾਬ ਦੇ ਵਿੱਚ ਧਿਆਨ ਰੱਖਣ ਦੀ ਬਹੁਤ ਲੋੜ ਹੈਗੀ ਆ। ਜਿਹੜੀ ਪਾਲਿਸੀਆਂ ਹੈਗੀਆਂ ਨੇ ਉਹ ਸੇਮ ਪਾਲਿਸੀਆਂ 2003 ਤੋਂ ਬੋਤਲ ਬਦਲਦੀ ਹੈ, ਪਾਲਿਸੀਆਂ ਉਹੀ ਨੇ, ਚੇਂਜ ਹੋ ਰਹੀਆਂ ਨੇ। ਮੈਂ ਇੱਕ ਵਾਰੀ ਫੇਰ ਤੁਹਾਡੇ ਮਾਧਿਅਮ ਦੇ ਰਾਹੀਂ ਤੁਹਾਡੇ ਰਾਹੀਂ ਸਰਕਾਰ ਨੂੰ ਰਿਕੁਐਸਟ ਕਰਾਂਗਾ ਕਿ ਤੁਹਾਡਾ ਰੋਲ ਐਜ਼ ਅ ਫੈਸਿਲੀਟੇਟਰ ਹੋਣਾ ਚਾਹੀਦਾ ਹੈ, ਔਰ ਐਜ਼ ਅ ਫੈਸਿਲੀਟੇਸ਼ਨ ਐਸੀ ਕਰ ਦਿਓ ਕਿ ਲੋਕ ਆਪਣੇ ਆਪ ਇੱਥੇ ਭੱਜੇ ਆਣ। ਦੂਜੇ ਪਾਸੇ ਜੀਐਸਟੀ ਮਾਲੀਆ ਵਿੱਚ ਪੰਜਾਬ ਤੇ ਹਰਿਆਣਾ ਵਿੱਚ ਇਸ ਵੱਡੇ ਅੰਤਰ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਹਰਿਆਣਾ ਕੋਲ ਗੁਰੂਗ੍ਰਾਮ ਵਰਗਾ ਸ਼ਹਿਰ ਹੈ ਜੋ ਕਿ ਆਪਣੇ ਆਪ ਵਿੱਚ ਇੱਕ ਹਾਈਟੀ ਹੱਬ ਹੈ। ਦੁਨੀਆ ਦੀਆਂ ਕਈ ਵੱਡੀਆਂ ਕੰਪਨੀਆਂ ਉੱਥੇ ਮੌਜੂਦ ਹਨ। ਹਰਿਆਣਾ ਤੋਂ ਤਾਂ ਹੈ ਹੀ, ਪਰ ਜੀਐਸਟੀ ਮਾਲੀਆ 'ਚ ਵਾਧੇ ਦੇ ਮਾਮਲੇ 'ਚ ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਨਾਲੋਂ ਪੰਜਾਬ ਹੋਰ ਵੀ ਜ਼ਿਆਦਾ ਪਿੱਛੇ ਹੈ। ਦੱਸ ਦਈਏ ਕਿ ਚੰਡੀਗੜ੍ਹ ਤੇ ਹਿਮਾਚਲ ਵਿੱਚ 23% ਵਾਧਾ ਦੇਖਣ ਨੂੰ ਮਿਲਿਆ, ਪੰਜਾਬ 'ਚ ਸਿਰਫ 15% ਵਾਧਾ ਹੋਇਆ। ਚੰਡੀਗੜ੍ਹ ਤੇ ਹਿਮਾਚਲ ਦੇ ਆંકੜੇ ਪੰਜਾਬ ਨਾਲੋਂ ਕਾਫੀ ਘੱਟ ਹਨ, ਪਰ ਇਸ ਦਾ ਇੱਕ ਕਾਰਨ ਜਨਸੰਖਿਆ ਵੀ ਹੈ। ਉਧਰ ਵਿੱਤ ਮੰਤਰੀ ਹਰਪਾਲ ਚੀਮਾ ਨੇ ਜ਼ੀ ਮੀਡੀਆ ਦੇ ਮੰਚ ਤੇ ਇਸ ਬਾਰੇ ਪੰਜਾਬ ਤੇ ਹਰਿਆਣਾ ਦੀ ਜੀਐਸਟੀ ਕਲੈਕਸ਼ਨ ਦੇ ਪਾੜੇ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਮੁਤਾਬਕ ਹਰਿਆਣਾ ਦੇ ਕਈ ਵੱਡੇ ਸ਼ਹਿਰ ਜਿਵੇਂ ਕਿ ਗੁੜਗਾਉਂ, ਫਰੀਦਾਬਾਦ, ਕਰਨਾਲ ਤੇ ਹੋਰ ਵੱਡੇ ਸ਼ਹਿਰ ਦਿੱਲੀ ਦੇ ਨਾਲ ਲੱਗਦੇ ਨੇ ਤੇ ਕਈ ਵੱਡੀ ਕੰਪਨੀਆਂ ਵੀ ਉੱਥੇ ਮੌਜੂਦ ਨੇ, ਜੋ ਕਿ ਇੱਕ ਵੱਡਾ ਕਾਰਨ ਹੈ ਇਸ ਪਾੜੇ ਲਈ। ਮਲਟੀਨੈਸ਼ਨਲਸ ਕੰਪਨੀਆਂ ਹੋਣ ਕਰਕੇ ਲੋਕਾਂ ਦੀ ਇਨਕਮ ਜ਼ਿਆਦਾ ਹੈ। ਆਪ ਸਰਕਾਰ ਆਉਣ ਤੋਂ ਬਾਅਦ ਟੈਕਸ ਇੰਟੈਲੀਜੈਂਟ ਯੂਨਿਟ ਸਥਾਪਿਤ ਕੀਤੀ ਗਈ। ਨਾਲ ਹੀ ਉਹਨਾਂ ਨੇ ਉਮੀਦ ਜਤਾਈ ਹੈ ਕਿ ਜਲਦ ਹੀ ਇਸ ਪਾੜੇ ਨੂੰ ਖਤਮ ਕਰ ਦਿੱਤਾ ਜਾਵੇਗਾ। ਪੰਜਾਬ ਤੇ ਹਰਿਆਣੇ ਦਾ ਕੰਪੈਰੀਜ਼ਨ ਦੀ ਗੱਲ ਨਹੀਂ ਹੈਗੀ, ਕਿਉਂਕਿ ਉੱਥੇ ਬਹੁਤ ਸਾਰੀਆਂ ਕੰਪਨੀਆਂ ਜੇ ਮੈਂ ਕਹਾਂ ਤਾਂ ਉਹ ਐਡਜੋਇਨਿੰਗ ਦਿੱਲੀ ਦੇ ਆਲੇ ਦੁਆਲੇ ਲੱਗਦਾਗਾ, ਔਰ ਉੱਥੇ ਗੁੜਗਾਉਂ, ਫਰੀਦਾਬਾਦ, ਕਰਨਾਲ ਵੱਡੇ ਸ਼ਹਿਰ ਨੇ, ਉਹ ਜਿੱਥੇ ਮਲਟੀਨੈਸ਼ਨਲ ਕੰਪਨੀਆਂ ਦੇ ਆਪਦੇ ਜਿਹੜੇ ਹੈਗੇ ਨੇ ਆਫਿਸ ਨੇ, ਵੱਡੇ ਹੈੱਡ ਆਫਿਸ ਨੇ, ਉੱਥੇ ਉਹਨਾਂ ਦੀ ਇਨਕਮ ਜ਼ਿਆਦਾ ਕੀ, ਪਰ ਜਿੰਨੀ ਆਪਾਂ ਕਹਿ ਰਹੇ ਉਨੀ ਜ਼ਿਆਦਾ ਨਹੀਂ ਹੈਗੀ। ਪੰਜਾਬ ਨੇ ਮੈਂ ਫਿਰ ਦੁਹਰਾ ਰਿਹਾ ਕਿ ਪਿਛਲੇ 5 ਸਾਲ ਜੀਐਸਟੀ ਨੂੰ ਕਿਵੇਂ ਵਧਾਉਣਾ ਕੋਈ ਕਦਮ ਨਹੀਂ ਚੁੱਕੇ ਗਿਆ। ਸਾਡੀ ਸਰਕਾਰ ਤੋਂ ਆਉਣ ਤੋਂ ਬਾਅਦ ਟੈਕਸ ਇੰਟੈਲੀਜੈਂਟ ਯੂਨਿਟ ਸਥਾਪਿਤ ਕੀਤਾ ਗਿਆ, ਔਰ ਅਸੀਂ ਡਾਟਾ ਮਾਈਨਿੰਗ ਤੇ ਕੰਮ ਕਰ ਰਹੇ ਹਾਂਗੇ। ਡਾਟਾ ਮਾਈਨਿੰਗ ਤੇ ਕੰਮ ਕਰਨ ਤੋਂ ਬਾਅਦ ਹੀ ਇਹ ਹੋਇਆ, ਸੰਭਵ ਹੋ ਸਕਿਆ ਕਿ 23% ਜਿਹੜੀ ਆ ਉਹਦੀ ਗਰੋਥ ਹੋਈ ਜਾਗੀ ਜੀਐਸਟੀ ਦੀ ਕਲੈਕਸ਼ਨ ਦੇ ਵਿੱਚ। ਸੋ ਬਿਲਕੁਲ ਅਸੀਂ ਲੱਗੇ ਆ ਜੀ, ਹੌਲੀ ਮੈਂ ਸਮਝਦਾ ਸਾਰਾ ਠੀਕ ਹੋਊਗਾ। ਪੰਜਾਬ ਸਰਕਾਰ ਵੀ ਪੰਜਾਬ ਦੇ ਵਿੱਚ ਆਈਟੀ ਨੂੰ ਪ੍ਰਮੋਟ ਕਰਨ ਵਾਸਤੇ ਬਹੁਤ ਸਾਰੇ ਕੰਮ ਕਰ ਰਹੀ ਹੈ, ਤਾਂ ਕਿ ਜਿਹੜੀ ਹੈਗੀਆਂ ਹੋਰ ਆਈਟੀ ਕੰਪਨੀਜ਼ ਆਉਣ ਤੇ ਇਹਦੇ ਨਾਲ ਜਿਹੜੀਆਂ ਨੇ ਹੋਰ ਜਿਹੜੀ ਇੰਡਸਟਰੀ ਹੈਗੀ ਆ, ਮਦਰ ਇੰਡਸਟਰੀ, ਉਹਨੂੰ ਲਿਆਉਣ ਦੀ ਵੀ ਕੋਈ ਤਿਆਰੀ ਕੀਤੀ ਗਈ ਹੈ। ਤੇ ਬਹੁਤ ਸਾਰੇ ਜਿਹੜੇ ਇੰਡਸਟਰੀਜ਼ ਨੇ, ਬੜੇ ਦੇਸ਼ ਦੇ ਵਿਦੇਸ਼ ਦੇ ਵਪਾਰੀ ਨੇ, ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਰਹੇ ਨੇ, ਤਾਂ ਕਿ ਜਦੋਂ ਇਹ ਇੰਡਸਟਰੀਆਂ ਆਉਣਗੀਆਂ, ਮਦਰ ਇੰਡਸਟਰੀ ਆਏਗੀ ਜਾਂ ਆਈਟੀ ਇੰਡਸਟਰੀ ਆਏਗੀ, ਉਹਦੇ ਨਾਲ ਜਿਹੜਾ ਜੀਐਸਟੀ ਉਹਦੇ ਵਿੱਚ ਸੁਧਾਰ ਹੋਏਗਾ। ਤੇ ਅਧਿਕਾਰੀਆਂ ਦਾ ਮੰਨਣਾ ਹੈਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਜੀਐਸਟੀ ਹੈਗੀ ਹੈ ਪੰਜਾਬ ਦੇ ਵਿੱਚ ਵੀ ਉਹਦੀ ਕਲੈਕਸ਼ਨ ਵਿੱਚ ਭਾਰੀ ਸੁਧਾਰ ਦੇਖਣ ਨੂੰ ਮਿਲੂਗਾ। ਇਹਦੇ ਲਈ ਜਿਹੜੀ ਆਈਟੀ ਇੰਡਸਟਰੀ ਹੈਗੀ ਹੈ ਜਾਂ ਆਈਟੀ ਹੱਬ ਹੈਗੀ ਹੈ, ਉਹ ਸਭ ਤੋਂ ਜ਼ਿਆਦਾ ਮਦਦਗਾਰ ਸਾਬਤ ਹੋਵੇਗੀ। ਕੈਮਰਾ ਪਰਸਨ ਅਸ਼ਵਨੀ ਨਾਲ ਮਨੋਜ ਜੋਸ਼ੀ, ਜੀ ਮੀਡੀਆ, ਮੋਹਾਲੀ।